मैम वड्डी जिੱਤ हासिल हुई हैगी है। ਤੁਸੀਂ ਕਿਹਾ ਤੁਸੀਂ ਸ਼ੁਰੂ ਤੋਂ ਸ਼ੋਰ ਸੀਗੇ ਵੀ ਤੁਸੀਂ ਜਿੱਤੋਗੇ ਚਾਹੇ 500 ਵੋਟਾਂ ਨਾਲ ਜਿੱਤੋ, ਇਹ ਸ਼ੋਰਿਟੀ ਕਿਵੇਂ ਆਈ? ਮੈਨੂੰ ਪੂਰਾ ਯਕੀਨ ਸੀਗਾ ਕਿ ਮੋਗੇ ਦੇ ਵਿੱਚੋਂ ਮੈਂ ਇਸ ਵਾਰ ਚਾਹੇ ਮੇਰੇ ਸਾਹਮਣੇ ਜੋ ਵੀ ਖੜਾ ਹੋ ਜਾਵੇ ਮੈਂ ਜਿੱਤ ਕੇ ਤਾਂ ਜ਼ਰੂਰ ਨਿਕਲਾਂਗੀ। ਮੇਰੇ ਜਿਹੜੇ ਸੁਪਰਸਟਾਰ ਸੋਨੂ ਸੂਦ ਉਹ ਵੀ ਪ੍ਰਚਾਰ ਕਰ ਰਹੇ ਸੀ ਆਪਦੀ ਭੈਣ ਵਾਸਤੇ, ਤਾਂ ਕਦੇ ਲੱਗਿਆ ਨਹੀਂਗਾ ਕਿਉਂਕਿ ਪ੍ਰਚਾਰ ਜੋ ਸੁਪਰਸਟਾਰ ਨੇ ਲੋਕ ਪਹਿਲਾਂ ਤੋਂ ਹੀ ਜਾਣੂ ਨੇਗੇ ਵੀ ਕੌਣ ਨੇ ਕੌਣ ਨਹੀਂ ਹੈਗੇ। ਮੈਂ ਬਿਲਕੁਲ ਨਹੀਂ ਸੋਚਿਆ ਕਿ ਮੇਰੇ ਸਾਹਮਣੇ ਕੌਣ ਖੜਾ ਹੈ, ਮੈਂ ਸਿਰਫ ਆਪਣਾ ਕੰਮ ਕਰਨ ਤੇ ਲੱਗੀ ਸੀ। ਬੀਜੇਪੀ ਹੋਈ ਸਰ, ਅਕਾਲੀ ਦਲ ਹੋਇਆ ਜਾਂ ਕਾਂਗਰਸ ਹੋਈ, ਇਹਨਾਂ ਨੇ ਸਾਡੇ ਪੰਜਾਬ ਦੀ ਸੱਤਾ ਹੰਢਾਈ ਹੈ 70 ਤੋਂ 75 ਸਾਲ। ਲੋਕਾਂ ਨੂੰ ਇਹ ਪਤਾ ਸੀਗਾ ਕਿ ਸਿਰਫ ਝੂਠੇ ਮੈਨੀਫੈਸਟੋ ਬਣਾਏ ਜਾਂਦੇ ਆ, ਝੂਠੇ ਵਾਅਦੇ ਕੀਤੇ ਜਾਂਦੇ ਆ, ਪਰ ਅਗਰ ਇਹਨਾਂ ਲੋਕਾਂ ਨੇ ਕੰਮ ਕਰਨਾ ਹੁੰਦਾ ਪਾਰਟੀਆਂ ਨੇ ਤਾਂ ਇਹ ਕਰ ਚੁੱਕੀਆਂ ਹੁੰਦੀਆਂ। ਲੋਕਾਂ ਨੂੰ ਪਤਾ ਸੀਗਾ ਕਿਉਂਕਿ ਉਹ ਦਿੱਲੀ ਜਾ ਕੇ ਵੇਖ ਕੇ ਆਇਆ, ਉਹਨਾਂ ਨੂੰ ਪਤਾ ਸੀਗਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਜਿਹੜਾ ਹੈਗਾ ਬਦਲਾਅ ਪੰਜਾਬ 'ਚ ਲੈ ਕੇ ਆ ਸਕਦੀ ਹੈ। ਡਾਕਟਰ ਅਮਨਦੀਪ ਕੌਰ ਅਰੋੜਾ ਸਾਡੇ ਨਾਲ ਨੇ, ਮੋਗੇ ਤੋਂ ਜਿੱਤੇ ਨੇ, ਜਿੱਤ ਹਾਸਲ ਕੀਤੀ ਹੈ। ਇਹਨਾਂ ਦੇ ਮੁਕਾਬਲੇ 'ਚ ਹਰਜੋਤ ਕਮਲ ਸੀਗੇ ਤੇ ਨਾਲ ਸੋਨੂ ਸੂਦ ਦੀ ਭੈਣ ਮਾਲਿਕਾ ਸੂਦ ਸੀਗੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ ਵੱਡੀ ਜਿੱਤ ਹਾਸਿਲ ਹੋਈ ਹੈਗੀ ਹੈ। ਤੁਸੀਂ ਕਿਹਾ ਤੁਸੀਂ ਸ਼ੁਰੂ ਤੋਂ ਸ਼ੋਰ ਸੀਗੇ ਵੀ ਤੁਸੀਂ ਜਿੱਤੋਗੇ ਚਾਹੇ 500 ਵੋਟਾਂ ਨਾਲ ਜਿੱਤੋ, ਇਹ ਸ਼ੋਰਿਟੀ ਕਿਵੇਂ ਆਈ? ਸਰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸ਼ੁਭਕਾਮਨਾਵਾਂ ਲਈ। ਸਰ ਮੈਨੂੰ ਮੋਗੇ ਦੇ ਮੇਰੇ ਹਲਕੇ ਦੇ ਲੋਕਾਂ ਤੇ ਇੰਨਾ ਯਕੀਨ ਸੀਗਾ ਕਿ ਮੈਨੂੰ ਪਤਾ ਸੀਗਾ ਕਿ ਜਿੰਨੇ ਲੋਕ ਮੇਰੇ ਨਾਲ ਜੁੜੇ ਹੋਏ ਆ, ਜਿੰਨੀ ਮੈਂ ਉਹਨਾਂ ਦੀ ਪਿਛਲੇ 12 ਸਾਲਾਂ ਤੋਂ ਸੇਵਾ ਕੀਤੀ ਹੈ ਮੋਗਾ ਦੇ ਵਿੱਚ, ਤੇ ਮੈਨੂੰ ਕਦੇ ਹਰਨ ਨਹੀਂ ਦੇਣਗੇ ਕਿਉਂਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ 2014 ਤੋਂ ਜੁੜੀ ਸੀ। ਆਫੀਸ਼ੀਅਲੀ ਮੈਨੂੰ ਅਹੁਦਾ 2015 ਦੇ ਵਿੱਚ ਮਿਲਿਆ ਸੀਗਾ। ਉਦੋਂ ਤੋਂ ਲੈ ਕੇ ਲੋਕੀ ਜਦੋਂ ਮੈਨੂੰ ਟਿਕਟ ਮਿਲੀ ਸੀਗੀ ਤੇ ਉਸ ਤੋਂ ਪਹਿਲਾਂ ਵੀ ਜਿੰਨੀਆਂ ਸ਼ੁਭਕਾਮਨਾਵਾਂ, ਜਿੰਨਾ ਰਿਗਾਰਡਸ, ਜਿੰਨੀਆਂ ਦੁਆਵਾਂ ਮੈਨੂੰ ਦਿੰਦੇ ਸੀਗੇ, ਸੋ ਮੈਨੂੰ ਪੂਰਾ ਯਕੀਨ ਸੀਗਾ ਕਿ ਮੋਗੇ ਦੇ ਵਿੱਚੋਂ ਮੈਂ ਇਸ ਵਾਰ ਚਾਹੇ ਮੇਰੇ ਸਾਹਮਣੇ ਜੋ ਵੀ ਖੜਾ ਹੋ ਜਾਵੇ ਮੈਂ ਜਿੱਤ ਕੇ ਤਾਂ ਜ਼ਰੂਰ ਨਿਕਲਾਂਗੀ, ਚਾਹੇ ਉਹ ਘੱਟੋ ਘੱਟ 500 ਵੋਟਾਂ ਤੇ ਜਿੱਤਾਂ। ਪਰ ਜਦੋਂ ਸਾਡੇ ਕਾਊਂਟਿੰਗ ਸਟਾਰਟ ਹੋਈ, ਫਸਟ ਰਾਊਂਡ ਤੋਂ ਲੈ ਕੇ 16ਵੇਂ ਰਾਊਂਡ ਤੱਕ ਹਰ ਰਾਊਂਡ ਦੇ ਵਿੱਚ ਲੀਡ ਮਿਲੀ। ਸੋ ਇੰਨਾ ਯਕੀਨ, ਮਤਲਬ ਇੰਨਾ ਹੌਸਲਾ ਉਦੋਂ ਵੱਧ ਗਿਆ ਤੇ ਇੰਨਾ ਮੇਰਾ ਦਿਲ ਚੁੱਕ ਗਿਆ ਆਪਣੇ ਮੋਗਾ ਨਿਵਾਸੀਆਂ ਲਈ ਕਿ ਮਤਲਬ ਜਿਹੜੇ ਮੇਰੇ ਕੰਪੀਟੀਟਰ ਸੀਗੇ ਉਹਨਾਂ ਦੇ ਹਲਕਿਆਂ ਦੇ ਵਿੱਚੋਂ, ਉਹਨਾਂ ਦੇ ਏਰੀਆਜ਼ ਦੇ ਵਿੱਚੋਂ ਵੀ ਲੀਡ ਮਿਲੀ ਹੈ। ਸੋ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਆਪਣੇ ਮੋਗਾ ਨਿਵਾਸੀਆਂ। ਤੁਹਾਡੇ ਕੰਮ ਕਰਕੇ ਆਇਆ ਕਿ ਆਮ ਆਦਮੀ ਪਾਰਟੀ ਕਰਕੇ ਆਇਆ? ਆਮ ਆਦਮੀ ਪਾਰਟੀ ਕਰਕੇ ਸੀਗਾ। ਦੇਖੋ ਕਿ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕਰਕੇ, ਸਾਡੇ ਆਮ ਆਦਮੀ ਪਾਰਟੀ ਦੇ ਕਰਕੇ, ਕਿਉਂਕਿ ਜਦੋਂ ਤੋਂ ਸਾਡੇ ਕਿਸਾਨ ਅੰਦੋਲਨ ਦੇ ਵਿੱਚ ਧਰਨੇ ਤੇ ਸਾਡੇ ਪੰਜਾਬ ਦੇ ਲੋਕੀ ਧਰਨਿਆਂ 'ਚ ਬੈਠੇ ਸੀਗੇ, ਉਹ ਜਾ ਕੇ ਉੱਥੇ ਦੇਖ ਕੇ ਆਇਆ ਕਿ ਕਿੱਡੇ ਸੋਹਣੇ ਉੱਥੇ ਸਰਕਾਰੀ ਸਕੂਲ ਕਿੱਡੇ ਸੋਹਣੇ ਬਣੇ ਹੋਏ ਆ, ਹਸਪੀਟਲਸ ਉੱਥੇ ਕਿੰਨੇ ਸੋਹਣੇ ਬਣੇ ਹੋਏ ਆ, ਮੁਹੱਲਾ ਕਲੀਨਿਕਸ ਉੱਥੇ ਵਾਕਈ ਕਿੰਨਾ ਸੋਹਣਾ ਟ੍ਰੀਟਮੈਂਟ ਮਿਲਦਾ, ਮੈਡੀਸਿਨਸ ਲੈ ਕੇ ਆਉਂਦੇ ਸੀ ਉੱਥੋਂ। ਸੋ ਉਹਨਾਂ ਨੂੰ ਪਤਾ ਚੱਲ ਗਿਆ ਸੀਗਾ ਕਿ ਸਿਰਫ ਫੋਨ ਤੇ ਨੈੱਟ ਤੇ ਨਹੀਂ ਲੋਕੀ ਪਾ ਰਹੇ, ਰਿਐਲਿਟੀ ਦੇ ਵਿੱਚ, ਗਰਾਊਂਡ ਰਿਐਲਿਟੀ ਦੇ ਵਿੱਚ ਇਹ ਸਭ ਕੁਝ ਕੰਮ, ਇਹ ਸਾਰੇ ਕੰਮ ਦਿੱਲੀ ਦੇ ਵਿੱਚ ਹੋਏ ਆ। ਜਦੋਂ ਕਿਸੇ ਪੋਲੀਟੀਕਲ ਪਾਰਟੀ ਨੂੰ ਵੜਨ ਨਹੀਂ ਸੀ ਦਿੱਤਾ ਜਾਂਦਾ ਉੱਥੇ ਪਿੰਡਾਂ ਦੇ ਵਿੱਚ, ਉਦੋਂ ਵੀ ਲੋਕੀ ਸਾਡੀਆਂ ਮੀਟਿੰਗਸ ਪਿੰਡਾਂ ਦੇ ਵਿੱਚ ਕਰਵਾਉਂਦੇ ਸੀਗੇ। ਸੋ ਇੱਕ ਹੌਸਲਾ ਮੈਨੂੰ ਸੀਗਾ ਕਿ ਵੀ ਲੋਕੀ ਖੁਦ ਦੇਖ ਕੇ ਆਇਆ ਜਾ ਕੇ, ਤੇ ਦੂਸਰਾ ਜਿਹੜੇ ਲੋਕੀ ਮੇਰੇ ਨਾਲ ਜੁੜੇ ਹੋਏ ਸੀਗੇ। ਸੋ ਇਹ ਫਸਟ ਡੇ ਤੋਂ ਹੀ ਮੈਂ ਬਿਲਕੁਲ ਨਹੀਂ ਸੋਚਿਆ ਕਿ ਮੇਰੇ ਸਾਹਮਣੇ ਕੌਣ ਖੜਾ ਹੈ, ਮੈਂ ਸਿਰਫ ਆਪਣਾ ਕੰਮ ਕਰਨ ਤੇ ਲੱਗੀ ਸੀ। ਮੇਰੇ ਜਿਹੜੇ ਸੁਪਰਸਟਾਰ ਸੋਨੂ ਸੂਦ ਉਹ ਵੀ ਪ੍ਰਚਾਰ ਕਰ ਰਹੇ ਸੀ ਆਪਦੀ ਭੈਣ ਵਾਸਤੇ, ਤਾਂ ਕਦੇ ਲੱਗਿਆ ਨਹੀਂਗਾ ਕਿਉਂਕਿ ਪ੍ਰਚਾਰ ਜੋ ਸੁਪਰਸਟਾਰ ਨੇ ਲੋਕ ਪਹਿਲਾਂ ਤੋਂ ਹੀ ਜਾਣੂ ਨੇਗੇ ਵੀ ਕੌਣ ਨੇ ਕੌਣ ਨਹੀਂ ਹੈਗੇ। ਤੇ ਤੁਹਾਨੂੰ ਕਦੇ ਡਾਊਟ ਨਹੀਂ ਮਹਿਸੂਸ ਹੋਇਆ, ਜਾਂ ਤੁਸੀਂ ਕਿਵੇਂ ਇਸ ਚੀਜ਼ ਨੂੰ ਦੇਖਿਆ ਜਦੋਂ ਪਤਾ ਲੱਗਿਆ ਵੀ ਉਹ ਤੁਹਾਡੇ ਮੁਕਾਬਲੇ 'ਚ ਹੈਗੇ ਨੇ? ਸਰ ਮੈਨੂੰ ਇਹ ਪਹਿਲਾਂ ਤੋਂ ਹੀ ਪਤਾ ਸੀਗਾ ਕਿ ਉਹ ਕਿਸੇ ਵੀ ਪਾਰਟੀ ਤੋਂ ਟਿਕਟ ਲੜਨਗੇ, ਬਟ ਲੜਨਗੇ ਜ਼ਰੂਰ। ਸੋ ਮੇਰੇ ਜੋ ਵੀ ਕੋਵਿਡ ਦੇ ਦੌਰਾਨ ਉਹਨਾਂ ਨੇ ਸੇਵਾਵਾਂ ਦਿੱਤੀਆਂ ਸੀਗੀਆਂ, ਮੈਂ ਵੀ ਮੋਗਾ ਹਲਕਾ ਦੇ ਵਿੱਚ ਰਹਿ ਕੇ ਮੋਗਾ ਦੇ ਲੋਕਾਂ ਨੂੰ ਉਹ ਸੇਵਾਵਾਂ ਦਿੱਤੀਆਂ ਸੀਗੀਆਂ, ਲੋਕਾਂ ਦੀਆਂ ਜਾਨਾਂ ਬਚਾਈਆਂ, ਲੋਕਾਂ ਦੇ ਇਲਾਜ ਕੀਤੇ। ਸੋ ਮੈਨੂੰ ਪੂਰਾ ਯਕੀਨ ਸੀਗਾ ਕਿ ਇਹ ਫੈਕਟਰ ਮੇਰੇ ਤੇ ਕੰਮ ਨਹੀਂ ਕਰ ਪਾਏਗਾ ਕਿਉਂਕਿ ਇੱਕ ਡਾਕਟਰ ਹੋਣ ਦੇ ਨਾਤੇ ਬਹੁਤ ਸਾਰੇ ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਸੀਗੀਆਂ ਤੇ ਲੋਕਾਂ ਦੇ ਲਈ ਕੰਮ ਵੀ ਕੀਤੇ, ਉਹਨਾਂ ਦੀ ਸੇਵਾ ਵੀ ਕੀਤੀ ਤੇ ਜਾਨਾਂ ਵੀ ਬਚਾਈਆਂ। ਸੋ ਇੱਕ ਰਿਗਾਰਡ ਲੋਕਾਂ ਦੇ ਦਿਲ ਦੇ ਵਿੱਚ ਸੀਗਾ ਮੇਰੇ ਲਈ। ਉਹ ਹਰਜੋਤ ਕਮਲ ਦੀ ਜ਼ਮਾਨਤ ਜ਼ਬਤ ਹੋ ਗਈ ਕਿਉਂਕਿ ਉਹ ਤਾਂ ਮੌਜੂਦਾ ਵਿਧਾਇਕ ਵੀ ਨੇ, ਪਾਰਟੀ ਵੀ ਬਦਲੀ ਹੈਗੀ, ਭਾਜਪਾ ਨੇ ਮਾਹੌਲ ਵੀ ਬਣਾਇਆ ਹੈਗਾ, ਉਹਦਾ ਕੀ ਕਾਰਨ ਲੱਗਦਾ ਹੈ ਵੀ ਜਿਹੜੇ ਮੌਜੂਦਾ ਵਿਧਾਇਕ ਨੂੰ ਇੰਨਾ ਮਾੜਾ ਮੈਂਡੇਟ ਮਿਲਿਆ ਹੈਗਾ? ਸਰ ਹਰਜੋਤ ਕਮਲ ਜੀ ਨੇ ਬੀਜੇਪੀ ਪਾਰਟੀ ਜੁਆਇਨ ਕੀਤੀ ਹੈ। ਦੇਖੋ ਹੁਣੀ ਕਿਸਾਨ ਜਿਹੜੇ ਸੀਗੇ ਧਰਨੇ ਤੋਂ ਉੱਠ ਕੇ ਆਏ ਆ, ਸੋ
ਲੋਕਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 750 ਕਿਸਾਨ ਅਗਰ ਸ਼ਹੀਦ ਹੋਏ ਆ, ਉਹ ਸਿਰਫ ਉਹਨਾਂ ਦੀਆਂ ਨੀਤੀਆਂ ਦੇ ਕਰਕੇ, ਬੀਜੇਪੀ ਨੇ ਜੋ ਗਲਤ ਨੀਤੀਆਂ ਬਣਾਈਆਂ ਸੀ ਉਹਨਾਂ ਦੇ ਕਰਕੇ ਹੋਏ ਆ। ਸੋ ਲੋਕ ਬੀਜੇਪੀ ਹੋਈ ਸਰ, ਅਕਾਲੀ ਦਲ ਹੋਇਆ ਜਾਂ ਕਾਂਗਰਸ ਹੋਈ, ਇਹਨਾਂ ਨੇ ਸਾਡੇ ਪੰਜਾਬ ਦੀ ਸੱਤਾ ਹੰਢਾਈ ਹੈ 70 ਤੋਂ 75 ਸਾਲ। ਲੋਕਾਂ ਨੂੰ ਇਹ ਪਤਾ ਸੀਗਾ ਕਿ ਸਿਰਫ ਝੂਠੇ ਮੈਨੀਫੈਸਟੋ ਬਣਾਏ ਜਾਂਦੇ ਆ, ਝੂਠੇ ਵਾਅਦੇ ਕੀਤੇ ਜਾਂਦੇ ਆ, ਪਰ ਅਗਰ ਇਹਨਾਂ ਲੋਕਾਂ ਨੇ ਕੰਮ ਕਰਨਾ ਹੁੰਦਾ ਪਾਰਟੀਆਂ ਨੇ ਤਾਂ ਇਹ ਕਰ ਚੁੱਕੀਆਂ ਹੁੰਦੀਆਂ। 70 ਸਾਲਾਂ ਤੋਂ ਸਾਡੀ ਜੋ ਸਰਕਾਰੀ ਸਕੂਲ ਬਣ ਗਏ ਉੱਦਾਂ ਦੇ ਕੋਈ ਰੈਨੋਵੇਸ਼ਨ ਨਹੀਂ ਹੁੰਦੀ ਉੱਥੇ। ਹਜੇ ਵੀ ਸਰਕਾਰੀ ਸਕੂਲਾਂ 'ਚ ਬੱਚੇ ਪੱਖਿਆਂ ਦੇ ਥੱਲੇ ਬੈਠ ਕੇ ਪੜ੍ਹਦੇ ਆ, ਜਦੋਂ ਕਿ ਟੈਂਪਰੇਚਰ ਸਾਡਾ ਹੈਗਾ ਇੰਨਾ ਵੱਧ ਚੁੱਕਾ ਹੈ। ਕੋਈ ਸਿਵਲ ਹਸਪੀਟਲ ਤੁਸੀਂ ਦੇਖ ਲਓ, 70 ਸਾਲਾਂ 'ਚੋਂ ਸਾਡੇ ਸਿਵਲ ਹਸਪੀਟਲਸ ਦੇ ਵਿੱਚ ਹਜੇ ਤੱਕ ਸਿਟੀ ਜਾਂ MRI ਦੀਆਂ ਮਸ਼ੀਨਾਂ ਤੱਕ ਨਹੀਂ ਲੱਗੀਆਂ ਹੈਗੀਆਂ। ਪੂਰੇ ਸਪੈਸ਼ਲਿਸਟ ਡਾਕਟਰਸ ਨਹੀਂ ਉੱਥੇ ਅਪਾਇੰਟ ਕੀਤੇ ਜਾਂਦੇ। ਸੋ ਲੋਕੀ ਇਹ ਸਾਰੀਆਂ ਚੀਜ਼ਾਂ ਜਦੋਂ ਤੰਗ ਆ ਚੁੱਕੇ ਸੀਗੇ ਇਹਨਾਂ ਦੇ ਝੂਠੇ ਵਾਅਦਿਆਂ ਤੋਂ, ਲੋਕਾਂ ਨੂੰ ਪਤਾ ਸੀਗਾ, ਕਿਉਂਕਿ ਉਹ ਦਿੱਲੀ ਜਾ ਕੇ ਵੇਖ ਕੇ ਆਇਆ, ਉਹਨਾਂ ਨੂੰ ਪਤਾ ਸੀਗਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਜਿਹੜਾ ਹੈਗਾ ਬਦਲਾਅ ਪੰਜਾਬ 'ਚ ਲੈ ਕੇ ਆ ਸਕਦੀ ਆ। ਸੋ ਇਸ ਕਰਕੇ ਲੋਕਾਂ ਨੇ ਵਿਸ਼ਵਾਸ ਕੀਤਾ। ਤੇ ਹੁਣ ਕਿਵੇਂ ਮਹਿਸੂਸ ਹੋ ਰਿਹਾ? ਅੱਗੇ ਪਿੱਛੇ ਮੀਡੀਆ ਭੱਜ ਰਿਹਾ, ਪੁਲਿਸ ਗਨਮੈਨ ਵੀ ਮਿਲ ਗਏ ਨੇ, ਇਹ ਕਿਵੇਂ ਦਾ ਮਾਹੌਲ ਲੱਗ ਰਿਹਾ ਹੈਗਾ? ਕੀ ਡਿਫਰੈਂਸ ਲੱਗ ਰਿਹਾ ਹੈਗਾ? ਪਹਿਲਾਂ ਤਾਂ ਸਟਰਗਲ ਸੀਗੀ, ਪ੍ਰਚਾਰ ਕਰ ਰਹੇ ਸੀਗੇ, ਕਈ ਵਾਰ ਲੱਗਦਾ ਵੀ ਹੁੰਦਾ ਵੀ ਜਿੱਤਾਂਗੇ ਨਹੀਂ ਜਿੱਤਾਂਗੇ, ਪਰ ਹੁਣ ਆ ਸਭ ਕੁਝ ਪਾਵਰ ਆਉਣ ਤੋਂ ਕਿਵੇਂ ਲੱਗ ਰਿਹਾ? ਸਰ ਇਹ ਫੀਲਿੰਗ ਤਾਂ ਨਹੀਂ ਲੈ ਰਹੇ, ਇਹ ਹੈ ਕਿ ਇੰਨੀਆਂ ਜ਼ਿੰਮੇਵਾਰੀਆਂ ਨੇ ਸਰ ਤੇ, ਉਹਨਾਂ ਨੂੰ ਨਿਭਾਉਣਾ ਹੈ। ਰਿਐਲਿਟੀ ਦੇ ਵਿੱਚ ਮੈਂ ਇਸ ਵਕਤ ਚੰਡੀਗੜ੍ਹ ਮੀਟਿੰਗ ਤੇ ਆ, ਮੈਨੂੰ ਇਦਾਂ ਹੀ ਮਹਿਸੂਸ ਹੋ ਰਿਹਾ ਕਿ ਮੋਗਾ 'ਚ ਲੋਕੀ ਸ਼ਾਇਦ ਇਹ ਸੋਚਦੇ ਹੋਣਗੇ ਕਿ ਮੈਡਮ ਪਹਿਲੇ ਦਿਨ ਹੀ ਚੰਡੀਗੜ੍ਹ ਚਲੇ ਗਏ। ਸੋ ਜੋ ਜ਼ਿੰਮੇਵਾਰੀਆਂ ਨੇ, ਜੋ ਕੰਮ ਕਰਨੇ ਆ, ਉਹ ਮਾਈਂਡ ਦੇ ਵਿੱਚ ਹੈ ਕਿ ਉਹ ਕੱਲ੍ਹ ਨੂੰ ਜਾ ਕੇ ਸਵੇਰ ਇਹ ਕਰਨਾ ਹੈ, ਫਿਰ ਇਹ ਕਰਨਾ ਹੈ। ਸੋ ਜ਼ਿੰਮੇਵਾਰੀਆਂ ਨੇ। ਜਿਹੜੇ ਕੰਮ ਜਿਹੜੇ ਤੁਸੀਂ ਸੋਚੋ ਇਹ ਕਰਨ ਵਾਲੇ ਹੈਗੇ ਆ ਹਜੇ, ਜਿਹੜੇ ਤੁਹਾਨੂੰ ਲੱਗਦਾ ਕਰਨੇ ਆ? ਸਾਰੇ ਕੰਮ ਕਰਨੇ ਆ ਵੀਰ ਜੀ। ਹਜੇ ਸਾਡੇ ਮੋਗੇ ਦੀ ਸਫਾਈ ਕਰਨੀ ਆ। ਸਿਵਲ ਹਸਪੀਟਲ ਦੇ ਵਿੱਚ ਮੈਂ ਕੱਲ ਮੀਟਿੰਗ ਮੈਮ ਨੂੰ ਮਿਲਣ ਜਾਣਾ, ਉੱਥੇ ਸਾਡੇ ਸਿਵਲ ਸਰਜਨ ਨੂੰ, ਤੇ ਜੋ ਵੀ ਮੋਗੇ ਸਾਡੇ ਸਿਵਲ ਹਸਪੀਟਲ ਲਈ ਇਕਵਿਪਮੈਂਟ। ਉਹਨੂੰ ਤਾਂ ਇੱਥੇ ਚੰਡੀਗੜ੍ਹ ਰਹਿਣਾ ਪਿਆ ਕਰੂਗਾ ਕਿਉਂਕਿ ਵਿਧਾਨ ਸਭਾ ਉਰੇ ਲੱਗਿਆ ਕਰੂਗੀ, ਹੋਰ ਬਹੁਤ ਸਾਰੇ ਕੰਮ ਹੈ ਸੈਕਟਰੀਏਟ ਦੇ ਉਰੇ, ਫਿਰ ਲੋਕਾਂ ਨੂੰ ਕਿਵੇਂ ਮਨਾਉਂਗੇ? ਸਰ ਸਾਨੂੰ ਅੱਜ ਹਿਦਾਇਤਾਂ ਮਿਲੀਆਂ ਨੇ ਸਾਡੇ ਮੁੱਖ ਮੰਤਰੀ ਜੀ ਵੱਲੋਂ ਸਾਡੇ ਸਾਰੇ ਵਿਧਾਇਕਾਂ ਨੂੰ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਆਪਣੇ ਹਲਕਿਆਂ 'ਚ ਰਹਿਣਾ। ਚੰਡੀਗੜ੍ਹ ਸਿਰਫ ਉਦੋਂ ਆਉਣਾ ਜਦੋਂ ਮੀਟਿੰਗ ਹੋਏਗੀ, ਅਦਰਵਾਈਜ਼ ਲੋਕਾਂ ਦੇ ਵਿੱਚ ਵਿਚਰਨਾ, ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਕਰਨਾ। ਪਿੰਡਾਂ ਦੇ ਵਿੱਚ ਜਾ ਕੇ ਉੱਥੇ ਬੈਠ ਕੇ ਤੁਸੀਂ ਜਿਵੇਂ ਪਹਿਲਾਂ ਸੱਤ ਲੱਗਦੀ ਹੁੰਦੀ ਸੀਗੀ, ਇਕੱਠੇ ਇਕੱਠ ਬੈਠਦਾ ਸੀਗਾ ਕਿ ਜਿੰਨੇ ਵੀ ਤੁਸੀਂ ਆਪਣੇ ਹੈਗੇ ਆ ਅਫਸਰਸ ਹੈਗੇ ਆ, ਤੁਸੀਂ ਆਪਣੇ ਪੁਲਿਸ ਅਫਸਰਾਂ ਨੂੰ ਉੱਥੇ ਲੈ ਕੇ ਜਾਣਾ ਤਾਂ ਕਿ ਲੋਕਾਂ ਨੂੰ ਕੋਰਟ ਕਚਹਿਰੀਆਂ ਜਾਂ ਪੁਲਿਸ ਸਟੇਸ਼ਨਾਂ ਦੇ ਧੱਕੇ ਨਾ ਖਾਣੇ ਪੈਣ, ਉੱਥੇ ਹੀ ਉਹਨਾਂ ਦਾ ਹੱਲ ਹੋਵੇ। ਸੋ ਅਸੀਂ ਇਹ ਸਾਰੀ ਚੇਂਜ ਲੈ ਕੇ ਆਣੀ ਆ, ਲੋਕਾਂ ਦੇ ਕੰਮ ਕਰਨੇ ਆ। ਜੋ ਇੰਨਾ ਸਾਡੇ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ, ਉਸ ਤੇ ਖਰੇ ਉਤਰਨਾ। ਸੋ ਮਾਈਂਡ ਦੇ ਵਿੱਚ ਇਹ ਸਭ ਚੀਜ਼ਾਂ ਨਹੀਂ ਗਈਆਂ ਜੋ ਤੁਸੀਂ ਪੁੱਛੀਆਂ। ਮੇਰੇ ਦਿਮਾਗ ਦੇ ਵਿੱਚ ਤਾਂ ਇਹ ਟੈਨਸ਼ਨ ਚੱਲ ਰਹੀ ਹੈ ਕਿ ਇੰਨਾ ਕੰਮ ਕਰਨਾ ਜਾ ਕੇ ਕੱਲ੍ਹ ਨੂੰ। ਜਿੱਤ ਤੋਂ ਬਾਅਦ ਪ੍ਰੈਸ਼ਰ ਹੋਰ ਵੱਧ ਗਿਆ, ਟੈਨਸ਼ਨਾਂ ਹੋਰ ਵੱਧ ਗਈਆਂ, ਕੈਂਪੇਨ ਨਾਲੋਂ ਵੱਧ ਹੁਣ ਲੱਗ ਰਿਹਾ? ਹਾਂਜੀ ਦੇਖੋ, ਹੁਣ ਕਰਕੇ ਦਿਖਾਣਾ ਨਾ, ਸਾਰਾ ਕੁਝ ਸਭ ਕੁਝ ਕਰਨਾ ਹੈ। ਸੋ ਲੋਕਾਂ ਦੇ ਵਿੱਚ ਵੀ ਵਿਚਰਨਾ ਹੈ, ਉਹ ਕੰਮ ਵੀ ਕਰਨੇ ਆ ਜਿਹੜੇ ਪੈਂਡਿੰਗ ਪਏ ਆ। ਸੋ ਇਹ ਸਾਰਾ ਕੁਝ ਮਾਈਂਡ ਦੇ ਵਿੱਚ ਚੱਲ ਰਿਹਾ ਕਿ ਸਭ ਚੀਜ਼ਾਂ ਲੈ ਕੇ ਚੱਲਣੀਆਂ ਨੇ, ਸਭ ਕੁਝ ਕਰਨਾ ਹੈ। ਹੁਣ ਜਿਨ੍ਹਾਂ ਲੋਕਾਂ ਨੇ ਇੰਨਾ ਵਿਸ਼ਵਾਸ ਕੀਤਾ ਹੈ, ਮੇਰਾ ਪਰਿਵਾਰ ਹੀ ਕਹੂੰਗੀ, ਮੇਰਾ ਹੁਣ ਪਰਿਵਾਰ ਜਿਹੜਾ ਹੈਗਾ, ਮੈਂ ਕਹੂੰਗੀ ਕਿ ਅਸੀਂ 4 ਮੈਂਬਰ ਜਾਂ 10 ਮੈਂਬਰ ਨਹੀਂ ਗਏ, ਹੁਣ ਪੂਰੇ 2 ਲੱਖ ਜਿਹੜੇ ਲੋਕੀ ਹੈਗੇ ਆ ਮੇਰੇ ਮੋਗੇ ਦੇ, ਉਹ ਸਾਰੇ ਮੇਰਾ ਪਰਿਵਾਰ ਹੈ। ਸੋ ਉਸ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਹੈ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਨਾ ਹੈ। ਆਖਰੀ ਸਵਾਲ, ਔਰਤਾਂ ਵਾਸਤੇ ਕੀ ਸੋਚਦੇ ਹੋ, ਕੀ ਕਰੋਗੇ ਆਪਣੇ ਹਲਕੇ ਦੀਆਂ ਔਰਤਾਂ ਵਾਸਤੇ ਜਾਂ ਵੈਸੇ ਪੰਜਾਬ ਦੀ ਔਰਤਾਂ ਵਾਸਤੇ ਕੀ ਕਰਨ ਦਾ ਸੋਚਿਆ? ਸਭ ਤੋਂ ਪਹਿਲਾਂ ਤਾਂ ਸਰ ਮੈਂ ਇਹੀ ਕਹਿਣਾ ਚਾਹੂੰਗੀ ਕਿ ਦੇਖੋ, ਪਰਮਾਤਮਾ ਨੇ ਔਰਤ ਨੂੰ ਇੱਕ ਐਡਾ ਵੱਡਾ ਦਰਜਾ ਦਿੱਤਾ ਹੈ ਕਿ ਔਰਤ ਜਗਜਨਨੀ ਹੈ, ਪੂਰੇ ਸਮਾਜ ਦੀ ਸਿਰਜਣਹਾਰੀ ਹੈ। ਸੋ ਉਹਨਾਂ ਨੂੰ ਆਪਣੀ ਸ਼ਕਤੀ ਪਹਿਚਾਨਣੀ ਚਾਹੀਦੀ ਹੈ। ਬਹੁਤ ਸਟਰੋਂਗ ਹੁੰਦੀਆਂ ਨੇ ਮਹਿਲਾਵਾਂ, ਕਿਉਂਕਿ ਇੱਕ ਮਹਿਲਾ ਔਰਤ ਹੀ ਹੁੰਦੀ ਹੈ ਜੋ ਸਭ ਕੰਮ ਕਰ ਸਕਦੀ ਹੈ। ਇੱਕ ਬਹੁਤ ਉੱਚੇ ਅਹੁਦੇ ਤੋਂ ਉੱਠ ਕੇ ਘਰੇ ਜਾ ਕੇ ਵੀ ਝਾੜੂ ਲਗਾ ਸਕਦੀ ਹੈ, ਸਫਾਈ ਕਰ ਸਕਦੀ ਹੈ, ਖਾਣਾ ਬਣਾ ਸਕਦੀ ਹੈ। ਸੋ ਔਰਤਾਂ ਦੇ ਲਈ ਅਸੀਂ ਸਭ ਤੋਂ ਪਹਿਲਾਂ ਸਿਕਿਉਰਿਟੀ, ਵਿਮਨ ਸਿਕਿਉਰਿਟੀ ਤੇ ਕੰਮ ਕਰਾਂਗੇ ਕਿ ਔਰਤਾਂ ਨੂੰ ਸੁਰੱਖਿਅਤ ਮਹਿਸੂਸ ਹੋਵੇ। ਪੰਜਾਬ ਦੇ ਵਿੱਚ CCTV ਕੈਮਰਾਸ, ਪੈਨਿਕ ਬਟਨ ਜਾਂ ਕੰਟਰੋਲ ਰੂਮ ਅਸੀਂ ਇੱਦਾਂ ਦੇ ਬਣਾਵਾਂਗੇ ਜਿੱਥੇ ਉਹਨਾਂ ਨੂੰ ਹੈਲਪ ਮਿਲ ਸਕੇ 24 ਆਵਰਸ। ਐਂਡ ਵਿਮਨ ਇੰਪਾਵਰਮੈਂਟ ਦੀ ਅਗਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਇੱਕ ਔਰਤ ਹੋਣ ਦੇ ਨਾਤੇ ਤੇ ਇੱਕ ਡਾਕਟਰ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਡੀਆਂ ਮਹਿਲਾਵਾਂ ਇੰਡੀਪੈਂਡੈਂਟ ਹੋਣ, ਖੁਦ ਕਮਾਣ। ਜਿਹੜੀਆਂ ਸਾਡੀਆਂ ਭੈਣਾਂ ਪੜ੍ਹੀਆਂ ਲਿਖੀਆਂ ਨੇ ਉਹਨਾਂ ਦੇ ਲਈ ਜੌਬਸ ਲੈ ਕੇ ਆਵਾਂਗੇ, ਤੇ ਜਿਹੜੀਆਂ ਮੇਰੀਆਂ ਭੈਣਾਂ ਨਹੀਂ ਪੜ੍ਹ ਸਕੀਆਂ ਕਿਸੇ ਕਾਰਨਾਂ ਕਰਕੇ ਘਰੇ ਬੈਠੀਆਂ ਨੇ, ਉਹਨਾਂ ਦੇ ਲਈ ਆਲਰੇਡੀ ਮੈਂ 4 ਕੰਪਨੀਆਂ ਦੇ ਨਾਲ ਇੰਪੈਨਲਮੈਂਟ ਕਰ ਚੁੱਕੀ ਹਾਂ ਜਿਹੜੇ ਉਹਨਾਂ ਨੂੰ ਘਰੇ ਬੈਠੇ ਰੋਜ਼ਗਾਰ ਦੇਣਗੇ। ਅਗਰ ਉਹਨਾਂ 'ਚ ਕੋਈ ਵੀ ਕਲਾ ਹੈਗੀ ਹੈ, ਕੁਝ ਸਿਲਾਈ ਕਢਾਈ ਬੁਣਾਈ ਜਾਂ ਦਰੀਆਂ ਬੁਣ ਸਕਦੇ ਆ, ਫੁਲਕਾਰੀਆਂ ਕੱਢ ਸਕਦੇ ਆ, ਤਾਂ ਕੰਪਨੀਆਂ ਉਹਨਾਂ ਨੂੰ ਘਰੇ ਬੈਠਿਆਂ ਨੂੰ ਕੰਮ ਦੇਣਗੀਆਂ ਤਾਂ ਕਿ ਇੰਡੀਪੈਂਡੈਂਟ ਹੋਣ।
ਉਹਨਾਂ ਦੇ ਵਿੱਚ ਵੀ ਇੱਕੋ ਜਦੋਂ ਔਰਤ ਖੁਦ ਕਮਾਉਂਦੀ ਹੈ ਤਾਂ ਇੱਕ ਸੈਲਫ ਕੌਨਫੀਡੈਂਸ ਵੱਧਦਾ ਹੈ। ਸੋ ਸਾਰਾ ਕੌਨਫੀਡੈਂਸ ਉਹਨਾਂ 'ਚ ਵਧੇ ਤੇ ਖੁਦ ਨੂੰ ਸਟਰੋਂਗ ਮਹਿਸੂਸ ਕਰਨ। ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਤਾਂ ਇਹ ਸੀਗੇ ਡਾਕਟਰ ਅਮਨਦੀਪ ਕੌਰ ਅਰੋੜਾ ਜਿਹੜੇ ਕਿ ਮੋਗੇ ਤੋਂ ਜਿੱਤੇ ਨੇਗੇ। ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਉਹਨਾਂ ਨੇ ਹਰਾਇਆ ਤੇ ਆਪਣਾ ਆਉਣ ਵਾਲੇ ਦਿਨਾਂ ਦਾ ਏਜੰਡਾ ਕੀ ਹੋਊਗਾ, ਕੀ ਸ਼ੁਰੂਆਤ ਕਰਨਗੇ। ਜੇ ਸਭ ਤੋਂ ਵੱਡੀ ਗੱਲ ਆਈ ਹੈ ਵੀ ਐਮਐਲਏ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਵੀ ਚੰਡੀਗੜ੍ਹ ਘੱਟ ਤੋਂ ਘੱਟ ਆਉਣਾ, ਆਪਣੇ ਹਲਕਿਆਂ 'ਚ ਵੱਧ ਤੋਂ ਵੱਧ ਰਹਿਣਾ ਹੈ, ਲੋਕਾਂ ਦੀਆਂ ਸਮੱਸਿਆਵਾਂ ਸੁਲਝਾਉਣੀਆਂ ਨੇ। ਕੈਮਰਾਮੈਨ ਵਿੱਕੀ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।